रहा, यीशु बुला रहा, तेरा नाम ले लेकर तुझे यीशु बुला रहा, तेरा नाम ले लेकर तुझे यीशु बुला रहा, यीशु बुला रहा, यीशु बुला रहा, तेरा नाम ले लेकर तुझे यीशु बुला रहा। पाएगा तू जीत कर इस दुनिया को, क्या लाभ होगा खोकर आत्मा को, क्या पाएगा तू जीत कर इस दुनिया को, लाभ होगा खोकर आत्मा को। तू आजा यीशु के पास, तुझे यीशु बुला रहा, तू आजा यीशु के पास, तुझे यीशु बुला रहा, यीशु बुला रहा, यीशु बुला रहा, तेरा नाम ले लेकर तुझे यीशु बुला रहा, तेरा नाम ले लेकर तुझे यीशु बुला रहा। बाप ਅਤੇ बेटा ਅਤੇ रूह पाक ਦੇ ਨਾਂ ਦੇ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਸਾਰਿਆਂ ਦੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ 18 ਜਨਵਰੀ ਅੱਜ ਤੋਂ ਲੈ ਕੇ 25 ਜਨਵਰੀ ਤੱਕ ਮਸੀਹ ਏਕਤਾ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਜਾਵੇਗੀ। इस हफ्ते के दौरान असी अपने मसीह भाईचारे की एकता ਲਈ खास दुआ करते रहिए, ताकि साढ़े मसीह भाईचारे विच आपसी एकता कामयाब होवे। असी जानते कि बाहरी तौर पर साढ़े ते बहुत सारे अटैक्स होंदे ने, सानू दबाए जाने की कोशिश की जाती है। खुले तौर पर असी प्रभु यीशु मसीह का किसी वेले नाम नहीं ले सकते। इस तरह कई तरह दी रुकावटां साढ़े ते आउंदियां हन। साड़ी मसीह एकता अजिहे समयां विच जदों एक होके खड़ी होवे तां असीं अपने विश्वास नूं, असीं अपने धर्म नूं, असीं अपनी ईसाईयत नूं डिफेंड कर सकते हैं। ते आओ अज असीं अपनी मसीह एकता के लिए खास करके इस पाक मास की कुर्बानी विच दुआ करिए कि साडा भाईचारा सिर्फ दुनियावी तौर पर मजबूत ना होवे, सगों ईमान विच मजबूत होवे। तो असीं अपने ईमान विच रहिंदे होए असीं अपने खुदा दीआं आग्यावां दी पालना करते हुए मसीह एकता नूं मजबूत बनाईए। इस कुर्बानी नूं चढ़ाउण दे लई आओ असीं अपने पापां ते माफ़ी मंगीए ਅਤੇ अपने आप ਨੂੰ इस कुर्बानी ਲਈ योग बनाइए। मैं इकबाल करदा हाँ पूरी कुदरत वाले खुदा ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ कि मैं सोचण नाल
ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰੇ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਤੇ ਦਇਆ ਕਰੇ ਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਿੱਧੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਤੂੰ ਸਵਰਗ ਅਤੇ ਧਰਤੀ ਉੱਤੇ ਰਾਜ ਕਰਦਾ ਹੈ। ਮਿਹਰ ਨਾਲ ਸਾਡੀ ਦੁਆ ਸੁਣ ਲੈ ਅਤੇ ਸਾਡੇ ਸਮੇਂ ਨੂੰ ਆਪਣੀ ਸ਼ਾਂਤੀ ਵਿੱਚ ਠਹਿਰਾ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਖੁਦਾ ਤੁਹਾਡੇ ਦਿਲ ਤੇ ਜ਼ੁਬਾਨ ਉੱਤੇ ਤਾਂ ਕਿ ਯੋਗ ਰੀਤੀ ਨਾਲ ਤੁਸੀਂ ਉਸ ਦੀ ਬਾਣੀ ਸੁਣੋ। ਬਾਪ ਬੇਟੇ ਨੂੰ ਪ੍ਰਾਰਥਨਾ ਦੇ। ਪਾਠ ਪਹਿਲਾ ਸੈਮੂਅਲ ਦੀ ਪਹਿਲੀ ਪੁਸਤਕ ਵਿੱਚੋਂ ਉਸ ਦਾ 16 ਬਾਬ 1 ਤੋਂ 13 ਆਇਤ ਤੱਕ। ਤਦ ਪ੍ਰਭੂ ਨੇ ਸੈਮੂਅਲ ਨੂੰ ਕਿਹਾ, ਤੂੰ ਸਾਊਲ ਦੇ ਲਈ ਕਦੋਂ ਤੱਕ ਸੋਗ ਕਰਦਾ ਰਹੇਗਾ? ਮੈਂ ਉਸ ਨੂੰ ਇਸਰਾਇਲ ਦੀ ਰਾਜਗੱਦੀ ਤੋਂ ਰੱਦ ਦਿੱਤਾ ਹੈ। ਤੂੰ ਹੁਣ ਆਪਣੀ ਤੇਲ ਵਾਲੀ ਕੁੱਪੀ ਵਿੱਚ ਤੇਲ ਭਰ ਕੇ ਬੈਤਲਹਮ ਨੂੰ ਜਾ। ਮੈਂ ਉੱਥੇ ਜੱਸੀ ਦੇ ਪੁੱਤਰ ਨੂੰ ਇਸਰਾਇਲ ਦਾ ਰਾਜਾ ਹੋਣ ਦੇ ਲਈ ਚੁਣਿਆ ਹੈ। ਸੈਮੂਅਲ ਨੇ ਉੱਤਰ ਦਿੱਤਾ, ਮੈਂ ਇਹ ਕਿਸ ਤਰ੍ਹਾਂ ਕਰ ਸਕਦਾ ਹਾਂ? ਜੇਕਰ ਸਾਊਲ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਉਹ ਮੈਨੂੰ ਕਤਲ ਕਰ ਦੇਵੇਗਾ। ਪ੍ਰਭੂ ਨੇ ਉੱਤਰ ਦਿੱਤਾ, ਤੂੰ ਇੱਕ ਵੱਛਾ ਆਪਣੇ ਨਾਲ ਲੈ ਲੈ ਅਤੇ ਕਹਿਣਾ ਕਿ ਤੂੰ ਉੱਥੇ ਪ੍ਰਭੂ ਦੇ ਸਾਹਮਣੇ ਇੱਕ ਬਲੀ ਚੜਾਉਣ ਜਾ ਰਿਹਾ ਹੈ। ਤੂੰ ਬਲੀ ਚੜਾਉਣ ਸਮੇਂ ਜੱਸੀ ਨੂੰ ਉੱਥੇ ਸੱਦਾ ਦੇਣਾ। ਮੈਂ ਤੈਨੂੰ ਉਸ ਘੜੀ ਦੱਸਾਂਗਾ ਕਿ ਤੂੰ ਕੀ ਕਰਨਾ ਹੈ। ਉੱਥੇ ਜਿਸ ਨੂੰ ਮੈਂ ਚੁਣਾ ਅਤੇ ਤੇਰੇ ਤੇ ਪ੍ਰਗਟ ਕਰਾਂ ਤੂੰ ਉਸ ਦਾ ਅਭਿਸ਼ੇਕ ਕਰਨਾ। ਸੈਮੂਅਲ ਨੇ ਪ੍ਰਭੂ ਦੇ ਕਹੇ ਅਨੁਸਾਰ ਕੀਤਾ ਅਤੇ ਉਹ ਬੈਤਲਹਮ ਨੂੰ ਗਿਆ। ਸ਼ਹਿਰ ਦੇ ਬਜ਼ੁਰਗ ਸੈਮੂਅਲ ਨੂੰ ਬੈਤਲਹਮ ਵਿੱਚ ਦੇਖ ਕੇ ਉਸ ਦੇ ਕੋਲ ਕੰਬਦੇ ਤੇ ਡਰਦੇ ਆਏ ਅਤੇ ਬੋਲੇ ਕਿ ਤੁਸੀਂ ਸ਼ਾਂਤੀਪੂਰਵਕ ਖਬਰ ਲੈ ਕੇ ਆਏ ਹੋ? ਸੈਮੂਅਲ ਨੇ ਉੱਤਰ ਦਿੱਤਾ, ਹਾਂ, ਮੈਂ ਇੱਥੇ ਪ੍ਰਭੂ ਦੇ ਸਾਹਮਣੇ ਬਲੀ ਚੜਾਉਣ ਆਇਆ ਹਾਂ। ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰਕੇ ਮੇਰੇ ਨਾਲ ਆਵੋ। ਉਸਨੇ ਜੱਸੀ ਅਤੇ ਉਸਦੇ ਪੁੱਤਰ ਨੂੰ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਕਿਹਾ ਅਤੇ ਉਹਨਾਂ ਨੂੰ ਆਪਣੇ ਨਾਲ ਆਉਣ ਦਾ ਸੱਦਾ ਦਿੱਤਾ। ਜਦੋਂ ਉਹ ਸਭ ਆ ਗਏ ਤਾਂ ਸੈਮੂਅਲ ਨੇ ਜੱਸੀ ਦੇ ਪੁੱਤਰ ਅਲੀਆਬਾਬ ਨੂੰ ਦੇਖ ਕੇ ਆਪਣੇ ਆਪ ਨੂੰ ਕਿਹਾ, ਜ਼ਰੂਰ ਇਸ ਨੂੰ ਜੋ ਪ੍ਰਭੂ ਦੇ ਸਾਹਮਣੇ ਖੜਾ ਹੈ ਉਸਨੇ ਆਪਣੇ ਲਈ ਚੁਣਿਆ ਹੋਵੇਗਾ। ਪਰ ਪ੍ਰਭੂ ਨੇ ਉਸ ਨੂੰ ਕਿਹਾ, ਤੂੰ ਕੇਵਲ ਉੱਚਾ ਲੰਮਾ ਜਾਂ ਸੁੰਦਰ ਨੂੰ ਨਾ ਦੇਖ। ਮੈਂ ਇਸ ਨੂੰ ਰੱਦ ਦਿੱਤਾ ਹੈ ਕਿਉਂਕਿ ਮੇਰੀ ਚੋਣ ਮਨੁੱਖ ਵਰਗੀ ਨਹੀਂ ਹੈ। ਮਨੁੱਖ ਕੇਵਲ ਬਾਹਰੀ ਸੁੰਦਰਤਾ ਨੂੰ ਦੇਖਦਾ ਹੈ ਪਰ ਮੈਂ ਮਨ ਦੀ ਸੁੰਦਰਤਾ ਨੂੰ ਦੇਖਦਾ ਹਾਂ। ਤਦ ਜੱਸੀ ਨੇ ਆਪਣੇ ਪੁੱਤਰ ਅਬੀਨਾਦਾਬ ਨੂੰ ਸਾਮੂਅਲ ਦੇ ਅੱਗੇ ਕੀਤਾ ਪਰ ਸਾਮੂਅਲ ਨੇ ਕਿਹਾ, ਨਹੀਂ, ਪ੍ਰਭੂ ਨੇ ਇਸ ਨੂੰ ਨਹੀਂ ਚੁਣਿਆ। ਸੋ ਜੱਸੀ ਨੇ ਆਪਣੇ ਅਗਲੇ ਪੁੱਤਰ ਸਮਾ ਨੂੰ ਅੱਗੇ ਕੀਤਾ ਪਰ ਸਾਮੂਅਲ ਨੇ ਉੱਤਰ ਦਿੱਤਾ, ਨਹੀਂ, ਪ੍ਰਭੂ ਨੇ ਇਸ ਨੂੰ ਵੀ ਨਹੀਂ ਚੁਣਿਆ। ਅੰਤ ਜੱਸੀ ਨੇ ਆਪਣੇ ਸੁੱਤੇ ਪੁੱਤਰ ਸਾਮੂਅਲ ਸਾਹਮਣੇ ਪੇਸ਼ ਕੀਤੇ ਪਰ ਉਸ ਨੇ ਕਿਹਾ, ਇਹਨਾਂ ਵਿੱਚੋਂ ਕਿਸੇ ਨੂੰ ਵੀ ਪ੍ਰਭੂ ਨੇ ਨਹੀਂ ਚੁਣਿਆ ਹੈ।
तद सैमुएल ने जस्सी तो पूछा कि तेरा होर कोई पुत्र है? जस्सी ने उत्तर दिता, हाँ, एक सब तो छोटा है पर वो भेंडां दी रखवाली कर रहा है। सैमुएल ने कहा, उस नूं तुरंत सद, क्योंकि जदों तक वो आ नहीं जावेगा असी बैठांगे नहीं। सो जस्सी ने अपने छोटे पुत्र नूं सद्दण लई कल्लिया। वो बहुत सुंदर अते सेहतमंद सी, उस दियां अखां विच चमक सी। प्रभु ने सैमुएल नूं कहा, यही है, इसदा अभिषेक कर। सैमुएल ने तुरंत अपनी जैतून दी तेल दी कुप्पी लई अते जस्सी दे सब तो छोटे पुत्र दाऊद दा अभिषेक उस दे भरावां दे सामने कीता। प्रभु दा आत्मा तुरंत पूरी शक्ति नाल दाऊद उत्ते उतर आया अते उस दिन तो वो उस दे नाल रहा। ये काम करके सैमुएल रामाह नूं चला गया। ये प्रभु दी बाणी है। खुदा दा शुक्र होवे। रब तू मेरी पाना है, सो तू है मेरी जान। या रब तू मेरी पाना है, सो तू है मेरी जान। खुदावंद दे विच रहंदी है ओ, तेरा है मकाम। खुदावंद दे विच रहंदी है ओ, तेरा है मकाम। तेरे उते कदी भी ना आफत आवेगी। सो तेरे उते कदी भी ना आफत आवेगी। ता पानी तेरे डेरे विच ना कदी जावेगी। ता पाली तेरे डेरे विच ना कदी जावेगी। या रब तू मेरी पाना है, सो तू है मेरी जान। खुदावंद दे विच रहंदी है ओ, तेरा है मकाम। के मालिक तुम ही हो, सारी सृष्टि के रक्षक तुम ही हो। करते हैं तुझको सादर प्रणाम, गाते हैं तेरे ही गुणगान। सारी सृष्टि के मालिक तुम ही हो, सारी सृष्टि के रक्षक तुम ही हो। करते हैं तुझको सादर प्रणाम, गाते हैं तेरे ही गुणगान। आहा हा हालेलुया, आहा हा हालेलुया, आहा हा
ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮਰਕੁਸ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਇੱਕ ਸਬਤ ਦੇ ਦਿਨ ਯਿਸੂ ਅਨਾਜ ਦੇ ਖੇਤਾਂ ਵਿੱਚ ਦੀ ਲੰਘ ਰਿਹਾ ਸੀ। ਚਲਦੇ ਚਲਦੇ ਉਸ ਦੇ ਚੇਲੇ ਅਨਾਜ ਦੇ ਸਿੱਟੇ ਤੋੜਨ ਲੱਗੇ। ਫਰੀਸੀਆਂ ਨੇ ਉਸ ਨੂੰ ਕਿਹਾ, ਦੇਖੋ, ਜਿਹੜਾ ਕੰਮ ਸਬਤ ਦੇ ਦਿਨ ਕਰਨਾ ਮਨਾ ਹੈ, ਉਹੀ ਕੰਮ ਇਹ ਕਿਉਂ ਕਰ ਰਹੇ ਹਨ? ਯਿਸੂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕਦੇ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦੋਂ ਉਸ ਨੂੰ ਲੋੜ ਸੀ ਅਤੇ ਜਦੋਂ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ। ਕਿਸ ਤਰ੍ਹਾਂ ਉਹ ਖੁਦਾ ਦੇ ਘਰ ਵਿੱਚ ਦਾਖਲ ਹੋਇਆ ਜਦੋਂ ਅਬਿਆਥਾਰ ਮਹਾਪੁਰੋਹਿਤ ਸੀ ਅਤੇ ਉਸ ਨੇ ਹਜ਼ੂਰੀ ਦੇ ਚੜਾਵੇ ਦੀਆਂ ਰੋਟੀਆਂ ਖਾਧੀਆਂ ਅਤੇ ਉਸ ਨੇ ਇਹ ਉਹਨਾਂ ਨੂੰ ਵੀ ਦਿੱਤੀਆਂ ਜੋ ਉਸ ਦੇ ਨਾਲ ਸਨ, ਜਦੋਂ ਕਿ ਪੁਰੋਹਿਤਾਂ ਤੋਂ ਇਲਾਵਾ ਹੋਰ ਕਿਸੇ ਨੂੰ ਇਹਨਾਂ ਦਾ ਖਾਣਾ ਜਾਇਜ਼ ਨਹੀਂ ਸੀ। ਉਸ ਨੇ ਫਿਰ ਉਹਨਾਂ ਨੂੰ ਕਿਹਾ, ਸਬਤ ਮਨੁੱਖ ਦੇ ਲਈ ਬਣਾਇਆ ਗਿਆ ਸੀ, ਨਾ ਕਿ ਮਨੁੱਖ ਸਬਤ ਦੇ ਲਈ। ਇਸ ਲਈ ਮਨੁੱਖ ਦਾ ਪੁੱਤਰ ਸਬਤ ਦਾ ਵੀ ਪ੍ਰਭੂ ਹੈ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਤ ਭੈਣੋ, ਅੱਜ ਅਸੀਂ ਪਹਿਲੇ ਪਾਠ ਵਿੱਚ ਸੁਣਿਆ ਕਿ ਕਿਸ ਤਰ੍ਹਾਂ ਪ੍ਰਭੂ ਦਾਊਦ ਨੂੰ ਰਾਜਾ ਚੁਣਦਾ ਹੈ। ਜਿਸ ਦੇ 7 ਪੁੱਤਰ ਸਨ, ਪਰ ਉਹਨਾਂ 7 ਵਿੱਚੋਂ ਕਿਸੇ ਨੂੰ ਖੁਦਾ ਨੇ ਨਹੀਂ ਚੁਣਿਆ। ਉਹ ਸਾਰੇ ਹੀ ਸੋਹਣੇ ਜਵਾਨ ਸਨ, ਪਰ ਖੁਦਾ ਨੇ ਜੱਸੀ ਦੇ ਸਭ ਤੋਂ ਛੋਟੇ ਪੁੱਤਰ ਨੂੰ ਚੁਣਿਆ, ਕਿਉਂਕਿ ਖੁਦਾ ਨੇ ਦਾਊਦ ਦੇ ਵਿੱਚ ਅਜਿਹੀਆਂ ਖੂਬੀਆਂ ਨੂੰ ਦੇਖਿਆ ਜੋ ਉਸ ਨੂੰ ਪ੍ਰਸੰਨ ਕਰਦੀਆਂ ਸਨ। ਤੇ ਇਸ ਲਈ ਇਹ ਵੀ ਕਿਹਾ ਗਿਆ ਕਿ ਬਾਹਰੀ ਤੌਰ ਤੇ ਹੀ ਦੇਖ ਕੇ ਨਿਰਣੇ ਨਹੀਂ ਲੈਂਦਾ, ਉਹ ਪਰ ਦੂਸਰਿਆਂ ਦੇ ਦਿਲਾਂ ਨੂੰ ਜਾਣਦਾ ਹੋਇਆ ਨਿਰਣੇ ਲੈਂਦਾ ਹੈ। ਇਸ ਲਈ ਖੁਦਾ ਦਾਊਦ ਨੂੰ ਜਾਣਦਾ ਸੀ ਕਿ ਇੱਕ ਚੰਗਾ ਰਾਜਾ ਬਣ ਸਕਦਾ ਹੈ ਜੋ ਉਸ ਦੇ ਲੋਕਾਂ ਦੀ ਅਗਵਾਈ ਕਰੇਗਾ। ਉਸ ਨੇ ਦਾਊਦ ਦੇ ਚਰਿੱਤਰ ਨੂੰ ਦੇਖਿਆ। ਇਸ ਲਈ ਭਾਵੇਂ ਉਹਦੇ ਭਰਾ ਉਹਦੇ ਨਾਲੋਂ ਵੀ ਹੋ ਸਕਦਾ ਸੋਹਣੇ ਜਵਾਨ ਹੋਣ, ਬਲਵਾਨ ਹੋਣ, ਪਰ ਖੁਦਾ ਦਾਊਦ ਦਾ ਅਭਿਸ਼ੇਕ ਕਰਦਾ ਹੈ ਸੈਮੂਅਲ ਨਬੀ ਦੇ ਦੁਆਰਾ। ਇਸ ਲਈ ਆਮ ਜੀਵਨ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਹਰ ਇੱਕ ਇਨਸਾਨ ਬੰਦੇ ਦੀ ਜਦੋਂ ਪਹਿਚਾਣ ਕਰਦਾ ਹੈ, ਉਸ ਦੇ ਚਰਿੱਤਰ ਨੂੰ, ਉਸ ਦੀਆਂ ਖੂਬੀਆਂ ਨੂੰ ਦੇਖ ਕੇ ਉਸ ਨੂੰ ਚੁਣਦਾ ਹੈ ਜਾਂ ਉਸ ਦੇ ਪਿੱਛੇ ਚੱਲਦਾ ਹੈ ਜਾਂ ਉਸ ਤੋਂ ਪ੍ਰਸੰਨ ਹੁੰਦਾ ਹੈ। ਇਸ ਲਈ ਜੇਕਰ ਅਸੀਂ ਆਪਣੇ ਆਪ ਨੂੰ ਦੂਸਰਿਆਂ ਦੇ ਸਾਹਮਣੇ ਇੱਕ ਵਿਸ਼ਵਾਸ ਪਾਤਰ, ਇੱਕ ਸਮਝਦਾਰ, ਇੱਕ ਜ਼ਿੰਮੇਵਾਰ ਇਨਸਾਨ ਪੇਸ਼ ਕਰ ਸਕਦੇ ਹਾਂ ਤਾਂ ਲੋਕ ਸਾਡੇ ਉੱਤੇ ਵਿਸ਼ਵਾਸ ਕਰਨਗੇ, ਸਾਡੀ ਗੱਲ ਨੂੰ ਸੁਣਨਗੇ ਅਤੇ ਉਸ ਦੀ ਪੈਰਵੀ ਵੀ ਕਰਨਗੇ। ਇਹ ਚੀਜ਼ ਅੱਜ ਅਸੀਂ ਪਹਿਲੇ ਪਾਠ ਵਿੱਚ ਦਾਊਦ ਰਾਜਾ ਦੀ ਚੋਣ ਵੇਲੇ ਵੇਖਦੇ ਹਾਂ ਕਿ ਖੁਦਾ ਦੀ ਚੋਣ ਬਾਹਰੀ ਨਹੀਂ, ਸਗੋਂ ਦਿਲ ਨੂੰ, ਮਨ ਨੂੰ ਜਾਣਦਿਆਂ ਹੋਇਆਂ ਖੁਦਾ ਦਾਊਦ ਨੂੰ ਚੁਣਦਾ ਹੈ। ਦੂਸਰੇ ਪਾਠ ਵਿੱਚ ਸਾਨੂੰ ਪ੍ਰਭੂ ਯਿਸੂ ਮਸੀਹ ਇੱਕ ਹੋਰ ਬਹੁਤ ਵਧੀਆ ਗੱਲ ਸਮਝਾਉਂਦੇ ਹਨ ਕਿ ਕਈ ਵਾਰੀ ਅਸੀਂ ਰੂਲਸ ਰੈਗੂਲੇਸ਼ਨਸ ਫੋਲੋ ਤਾਂ ਕਰਦੇ ਹਾਂ, ਪਰ ਉਹਦੇ ਬਾਰੇ ਅਸੀਂ ਜਾਣਦੇ ਨਹੀਂ। ਕਈ ਵਾਰੀ ਅਸੀਂ ਦਿਖਾਵੇ ਲਈ ਕਰਦੇ ਹਾਂ, ਕਈ ਵਾਰੀ ਆਪਣਾ ਮਤਲਬ ਕੱਢਣ ਲਈ ਕਰਦੇ ਹਾਂ, ਕਈ ਵਾਰੀ ਅਸੀਂ ਖਾਣਾ ਪੂਰਤੀ ਲਈ ਕਰਦੇ ਹਾਂ। ਪਰ ਪ੍ਰਭੂ ਯਿਸੂ ਮਸੀਹ ਸਾਨੂੰ ਅੱਜ ਕੁਝ ਖਾਸ ਗੱਲ ਸਮਝਾਉਂਦੇ ਹਨ। ਸਬਤ ਦਾ ਦਿਨ, ਜਿਸ ਨੂੰ ਅਸੀਂ ਐਤਵਾਰ ਕਹਿੰਦੇ ਹਾਂ, ਜੋ ਕਿ ਖੁਦਾ ਦੇ ਲਈ
ਅਲੱਗ ਕੱਢਿਆ ਗਿਆ ਹੈ ਕਿ ਅਸੀਂ ਖੁਦਾ ਦੀ ਬੰਦਗੀ ਕਰ ਸਕੀਏ, ਖੁਦਾ ਦੀ ਮਰਜ਼ੀ ਪੂਰੀਆਂ ਕਰ ਸਕੀਏ, ਖੁਦਾ ਦੇ ਘਰ ਵਿੱਚ ਜਾ ਕੇ ਦੁਆ ਬੰਦਗੀ ਕਰ ਸਕੀਏ ਅਤੇ ਸਮਾਂ ਆਪਣੇ ਪਰਿਵਾਰ ਨਾਲ ਗੁਜ਼ਾਰ ਸਕੀਏ। ਇਹ ਸਬਤ ਦਾ ਦਿਨ ਜੋ ਕਿ ਸਾਨੂੰ ਮਿਲਿਆ ਹੈ, ਐਤਵਾਰ ਦਾ ਦਿਨ, ਛੁੱਟੀ ਵੀ ਹੈ ਉਸ ਦਿਨ, ਇਹ ਖੁਦਾ ਦੀ ਭਗਤੀ ਕਰਨ ਲਈ ਹੈ। ਤੇ ਅੱਜ ਫਰੀਸੀ ਲੋਕ ਇਸ ਚੀਜ਼ ਨੂੰ ਬਹੁਤ ਰਿਜਿਡਲੀ ਕਹਿ ਸਕਦੇ ਹਾਂ, ਸਖਤੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਸਬਤ ਦਾ ਦਿਨ ਅਸੀਂ ਕੋਈ ਕੰਮ ਨਹੀਂ ਕਰ ਸਕਦੇ, ਅਸੀਂ ਇੱਕ ਜਾਨਵਰ ਨੂੰ ਦੂਜੀ ਜਗ੍ਹਾ ਨਹੀਂ ਬੰਨ੍ਹ ਸਕਦੇ, ਅਸੀਂ ਕਹਿ ਨਹੀਂ ਸਕਦੇ ਕਿ ਅਸੀਂ ਖੁਦਾ ਦਾ ਦਿਨ ਪਾਕ ਰੱਖ ਰਹੇ। ਖੁਦਾ ਦਾ ਦਿਨ ਪਾਕ ਰੱਖਣ ਤੋਂ ਭਾਵ ਹੈ ਕਿ ਅਸੀਂ ਦੂਸਰਿਆਂ ਲਈ ਆਪਣੇ ਆਪ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰੀਏ, ਨੇਕੀ ਲਈ, ਭਲਾਈ ਲਈ, ਜੋ ਵੀ ਖੁਦਾ ਨੂੰ ਪ੍ਰਸੰਨਤਾ ਦਿੰਦਾ ਹੈ। ਅਤੇ ਇਸ ਲਈ ਪ੍ਰਭੂ ਦੱਸਦੇ ਹਨ ਕਿ ਸਬਤ ਦਾ ਦਿਨ ਜਿਹੜਾ ਇਨਸਾਨਾਂ ਲਈ ਬਣਾਇਆ ਗਿਆ, ਉਹਨਾਂ ਦੀ ਤਰੱਕੀ ਹੋਵੇ, ਉਹਨਾਂ ਦੇ ਵਿੱਚ ਰੂਹਾਨੀਅਤ ਵਧੇ, ਉਹਨਾਂ ਦੇ ਵਿੱਚ ਖੁਦਾਈਅਤ ਵਧੇ, ਉਹਨਾਂ ਦੇ ਵਿੱਚ ਭਲਾਈ, ਨੇਕੀ, ਅਜਿਹੇ ਖਿਆਲ ਵਧਣ। ਉਹ ਆਪਣੀ ਰੋਜ਼ਾਨਾ ਜ਼ਿੰਦਗੀ ਤੋਂ ਛੁੱਟੀ ਲੈ ਕੇ, ਆਪਣੀ ਰੋਜ਼ਾਨਾ ਫਿਕਰਾਂ ਤੋਂ, ਆਪਣੇ ਰੋਜ਼ਾਨਾ ਕੰਮਾਂ ਤੋਂ ਵਿਹਲੇ ਹੋ ਕੇ ਇੱਕ ਦਿਨ ਆਪਣੇ ਆਪ ਲਈ, ਆਪਣੇ ਖੁਦਾ ਲਈ, ਪੜੋਸੀਆਂ ਲਈ ਕੁਝ ਸੋਚ ਸਕਣ, ਕੁਝ ਕਰ ਸਕਣ। ਇਸ ਦਾ ਮਤਲਬ, ਸਬਤ ਦਾ ਮਤਲਬ ਤਾਂ ਫਿਰ ਉਲਟਾ ਹੋ ਜਾਂਦਾ ਕਿ ਅਸੀਂ ਕੁਛ ਨਹੀਂ ਕਰਨਾ, ਉਹ ਨਹੀਂ ਹੈ, ਸਗੋਂ ਕੁਛ ਕਰਨਾ, ਦਿਨ ਪਾਕ ਰੱਖਣਾ, ਦੁਆ ਬੰਦਗੀ ਕਰਨੀ, ਪਰਿਵਾਰ ਲਈ ਸਮਾਂ ਕੱਢਣਾ, ਹੋ ਸਕੇ ਤਾਂ ਪੜੋਸੀਆਂ ਲਈ ਸਮਾਂ ਕੱਢਣਾ। ਇਸ ਲਈ ਇਹ ਸਬਤ ਦਾ ਮਤਲਬ ਇਹ ਨਹੀਂ ਕਿ ਕੁਛ ਨਹੀਂ ਕਰਨਾ, ਪਰ ਬਹੁਤ ਕੁਛ ਕਰਨਾ, ਨੇਕੀ ਦੇ ਕੰਮ ਕਰਨਾ। ਅਤੇ ਉਹ ਅਸੀਂ ਅੱਜ ਦੇ ਇਹਨਾਂ ਪਾਠਾਂ ਤੋਂ ਸਿੱਖੀਏ ਕਿ ਸਾਡਾ ਜੀਵਨ ਕੀ ਸਿਰਫ ਇਹਨਾਂ ਰੂਲਸ ਰੈਗੂਲੇਸ਼ਨ ਦੇ ਵਿੱਚ ਹੀ ਘੁੰਮਦਾ ਫਿਰਦਾ, ਜਾਂ ਅਸੀਂ ਸੋਚ ਸਮਝ ਨਾਲ ਕੁਛ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਮੈਨੂੰ ਇਹ ਮੌਕਾ ਮਿਲਿਆ ਹੈ, ਅੱਜ ਮੈਂ ਕੁਛ ਕਰ ਲਵਾਂ, ਕੁਛ ਨੇਕ, ਕੁਛ ਚੰਗਾ, ਕੁਛ ਖੁਦਾ ਦੇ ਲਈ, ਕੁਛ ਆਪਣੇ ਲਈ, ਜਾਂ ਸਿਰਫ ਅਸੀਂ ਹਵਾ ਦੇ ਨਾਲ ਹੀ ਚੱਲਦੇ ਫਿਰਦੇ ਹਾਂ। ਆਓ ਅਸੀਂ ਇੱਕ ਸੋਚ ਸਮਝ ਵਾਲਾ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰੀਏ। ਫਰੀਸੀਆਂ ਵਾਂਗ ਸਿਰਫ ਬਾਹਰੀ ਕਾਨੂੰਨਾਂ ਨੂੰ ਮੰਨਣ ਨਾਲ ਨਹੀਂ, ਸਗੋਂ ਹਰ ਕਾਨੂੰਨ ਦੀ ਆਤਮਿਕ ਮਤਲਬ ਨੂੰ ਸਮਝਦੇ ਹੋਏ ਉਹਨਾਂ ਦੀ ਪੈਰਵੀ ਕਰਨ ਦੀ ਕੋਸ਼ਿਸ਼ ਕਰੀਏ। ਦਾਊਦ ਇੱਕ ਸਮਝਦਾਰ, ਸੂਝਵਾਨ ਨੌਜਵਾਨ ਸੀ, ਖੁਦਾ ਨੇ ਉਸ ਨੂੰ ਚੁਣਿਆ। ਆਓ ਅਸੀਂ ਵੀ ਸਮਝਦਾਰੀ ਵਾਲਾ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰੀਏ ਕਿ ਖੁਦਾ ਸਾਨੂੰ ਵੀ ਆਪਣੀ ਸੇਵਾ ਵਿੱਚ ਹੋਰ ਵੱਧ ਤੋਂ ਵੱਧ ਵਰਤ ਸਕੇ ਅਤੇ ਅਸੀਂ ਵੀ ਖੁਦਾ ਦੀ ਸੇਵਾ ਵਿੱਚ ਖੁਦਾ ਦੀ ਵਡਿਆਈ ਕਰਨ ਦੇ ਯੋਗ ਹੋ ਜਾਈਏ ਅਤੇ ਇੱਕ ਦਿਨ ਜੋ ਸਾਡੀ ਜ਼ਿੰਦਗੀ ਦਾ ਮਕਸਦ ਹੈ, ਖੁਦਾ ਕੋਲ ਪਹੁੰਚਣਾ, ਸਵਰਗ ਰਾਜ ਨੂੰ ਹਾਸਲ ਕਰਨਾ, ਉਹਨੂੰ ਹਾਸਲ ਕਰ ਸਕੀਏ। तारीफ दा मैं देवा बलिदान, भले आया जदों याद करां। तारीफ दा मैं देवा बलिदान, भले आया जदों याद करां। गुजरे दिनां विच मेरे नाल
ਬਿਆਬਾਨ ਦੇ ਵਿੱਚ ਲਈ ਮੇਰੀ ਸਾਥ, ਰਿਹਾ ਗੁਜ਼ਰੇ ਦਿਨਾਂ ਵਿੱਚ ਮੇਰੇ ਨਾਲ। ਬਿਆਬਾਨ ਦੇ ਵਿੱਚ ਲਈ ਮੇਰੀ ਸਾਥ, ਮੈਂ ਸਾ ਹੋਇਆ ਬੇਵਫਾ, ਨਾ ਹੋਇਆ ਬੇਵਫਾ, ਮੈਂ ਸਾ ਹੋਇਆ ਬੇਵਫਾ, ਨਾ ਹੋਇਆ ਬੇਵਫਾ। ਮੇਰੇ ਰਾਹ ਵਿੱਚ ਰਿਹਾ ਨਿਗਾਹਬਾਨ, ਪਲੇ ਆਈਆਂ ਜਦੋਂ ਯਾਦ ਕਰਾਂ, ਤਾਰੀਖ ਦਾ ਮੈਂ ਦੇਵਾਂ ਬਲੀਦਾਨ, ਪਲੇ ਆਈਆਂ ਜਦੋਂ ਯਾਦ ਕਰਾਂ। ਪਲੇ ਆਈਆਂ ਜਦੋਂ ਯਾਦ ਕਰਾਂ। ਪ੍ਰਾਤ ਭੈਣੋ ਪ੍ਰਾਰਥਨਾ ਕਰੋ ਕਿ ਪੂਰੀ ਕੁਦਰਤ ਵਾਲਾ ਖੁਦਾ ਸਾਡਾ ਬਾਪ ਮੇਰੀ ਅਤੇ ਤੁਹਾਡੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਹੈ ਪ੍ਰਭੂ ਬਖਸ਼ ਦੇ ਕਿ ਅਸੀਂ ਲਾਇਕੀ ਨਾਲ ਇਨ੍ਹਾਂ ਭੇਦਾਂ ਵਿੱਚ ਹਿੱਸਾ ਲਈਏ, ਕਿਉਂ ਜੋ ਜਦ ਕਦੇ ਵੀ ਐਸੀ ਕੁਰਬਾਨੀ ਦੀ ਯਾਦਗਾਰੀ ਮਨਾਈ ਜਾਂਦੀ ਹੈ ਤਦ ਸਾਡੀ ਨਿਜਾਤ ਦਾ ਕੰਮ ਮੁਕੰਮਲ ਕੀਤਾ ਜਾਂਦਾ ਹੈ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਹੈ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀ ਦਾਤਾ ਤੇ ਨਿਜਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਹ ਪਾਕ ਦੇ ਰਾਹੀਂ ਦੇ ਧਾਰ ਕੇ ਕੁਆਰੀ ਤੋਂ ਜਨਮ ਲਿਆ, ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਲ ਕਰਕੇ ਉਸ ਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਚੱਲੇ, ਤਾਂ ਜੋ ਮੌਤ ਦਾ ਨਾਸ਼ ਕਰੇ ਅਤੇ ਜੀਵਨ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਅਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇਰੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਇਹ ਕਹਿੰਦੇ ਹਾਂ, ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਹੈ ਪ੍ਰਭੂ ਤੂੰ ਸੱਚਮੁੱਚ ਪਾਕ ਹੈ ਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਤਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ।
है प्रभु, सारी धरती उत्ते फैली हुई अपनी यात्री कलीसिया नूं याद कर अते उस नूं साडे संत पापा फ्रांसिस, साडे बिशप फ्रैंको ते एग्नेलो ते सारे पुरोहितां नाल प्यार दी संपूर्णता विच कायम रख। साडे भैन भरावां नूं भी याद कर जिहड़े जुठन दी उम्मीद नाल सौ गए हन अते उन्हां सारिआं नूं जो तेरे रहम विच मर गए हन, इन्हां दा तू अपनी हजूरी दे चानन विच स्वागत कर। है प्रभु, असीं बेनती करदे कि साडे सारिआं उत्ते दया कर तां जो तन कुआरी मरियम खुदा दी मां दे नाल, उसे कुआरी दे मुबारक वर संत यूसुफ दे नाल, तैन रसूलां ते सारे संतां नाल जिन्हां ने सारे युगां विच तैनूं खुश कीता है, असीं सਦੀवी जीवन दे वारस होण दे हकदार बन जावांगे अते तेरे बेटे यीशु मसीह दे राहीं तेरी वडियाई अते उस्तत करांगे। उस ते राहीं अते उस ते नाल अते उस ते विच ए खुदा पूरी कुदरत वाले बाप, रूपाक दी एकता विच सब च लाल अते वडियाई तेरी ही है, सदा तो सदा तिकर। आमीन। आओ असीं सारे रल के प्रार्थना करिए। मसीह भाईचारे दी एकता लई कि असीं सारे जो मसीह विच विश्वास रखते हैं, विश्वास विच मजबूत हुंदे होए अपनी मसीह एकता नूं मजबूत बनाइए। असीं ये प्रार्थना करते हैं जिस तरह प्रभु यीशु मसीह ने सानूं सिखाया है। ऐ साडे बाप जेड़ा आसमान उत्ते है, तेरा नाम पाक मनिया जावे, तेरा राज आवे, तेरी मर्जी जिस तरह आसमान ते पूरी हुंदी है जमीन ते भी होवे। साडे रोज दी रोटी आज सानू दे, साडे कसूर सानू माफ कर जिस तरह असीं अपने कसूरवारां नूं माफ करदे हां, सानू अजमाइश विच ना पा सगों बुराई तो बचा। है प्रभु, असीं प्रार्थना करते हैं सब बुराइयां तो सानू बचा, अपने रहम नाल साडे दिनां विच शांति दे, तां जो तेरी दया दी मदद नाल असीं हमेशा गुनाह तो मुक्त रहिए अते हर मुसीबत तो सुरक्षित रहिए। जिवें मुबारक उम्मीद रखते होए असीं यीशु मसीह साडे मुक्तिदाता दे आउण दी उड़ीक करदे हां, क्यों जो राज कुदरत अते जलाल युगो युग तेरा ही है। ऐ प्रभु यीशु मसीह, तू अपने रसूलां नूं आख्या मैं तुहानूं शांति दिंदा हां, अपनी शांति मैं तुहानूं प्रदान करदा हां। तू साडे गुनाहां नूं नहीं सगों अपनी कलीसिया दे ईमान नूं वेख अते उस नूं अपनी मर्जी मुताबिक शांति अते एकता प्रदान कर। तू जो जिउंदा ते राज करदा है सदा तो सदा तिकर। आमीन। प्रभु दी शांति सदा तुहाडे नाल होवे अते तुहाडी रूह नाल भी होवे। आओ असीं आपो विच शांति दा निशान दईए। ऐ लीली खुदा दे, तू जड़ा दुनिया दे गुनाह चुक लैंदा है, साडे उत्ते दया कर। ऐ लीली खुदा दे, तू जड़ा दुनिया दे गुनाह चुक लैंदा है, साडे उत्ते दया कर। ऐ लीली खुदा दे, तू जड़ा दुनिया दे गुनाह चुक लैंदा है, सानू शांति दे। वेखो खुदा दा लेला, इनू वेखो जड़ा दुनिया दे गुनाह चुक लैंदा है। धन ओ हन जिस लेले दे भोजन लई सद्दे गए हैं। ऐ प्रभु, मैं इस योग्यता नहीं हाँ कि तू मेरी छत थल्ले आवे, पर एक ही शब्द आख अते मेरी रूह चंगी हो जाएगी। शाफिया नूरी चेहरे दी झलक विखा जा, मेरे कोल आ प्यारे शाफिया नूरी चेहरे दी झलक विखा जा। बिन तेरे मैं चैन न पावा, रात दिने मैं तैन
तैनू बुलावा, बिन तेरे मैं चैन न पावा। रात दिने मैं तैनू बुलावा, तैनू बुलावा। मेरे कोल आ प्यारे शाफिया, नूरी चेहरे दी झलक विखा जा। मेरे कोल आ प्यारे शाफिया, नूरी चेहरे दी झलक विखा जा। नूरी चेहरे दी झलक विखा जा। नूरी चेहरे दी झलक विखा जा। ਅਸੀਂ ਉਹ ਪਿਆਰ ਜਾਣਿਆ ਹੈ ਅਤੇ ਉਸ ਪਿਆਰ ਨੂੰ ਮੰਨਦੇ ਹਾਂ ਜੋ ਖੁਦਾ ਸਾਡੇ ਲਈ ਰੱਖਦਾ ਹੈ। ਅਸੀਂ ਪ੍ਰਾਰਥਨਾ ਕਰੀਏ। ਹੈ ਪ੍ਰਭੂ, ਆਪਣੇ ਪਿਆਰ ਦੀ ਰੂਹ ਸਾਡੇ ਉੱਤੇ ਡੋਲ ਦੇ ਅਤੇ ਜਿਨ੍ਹਾਂ ਨੂੰ ਤੂੰ ਇੱਕੋ ਹੀ ਜੀਵਨ ਦੀ ਰੋਟੀ ਨਾਲ ਰਚਾਇਆ ਹੈ, ਉਹਨਾਂ ਨੂੰ ਆਪਣੀ ਮਿਹਰ ਨਾਲ ਇੱਕੋ ਮਨ ਅਤੇ ਇੱਕੋ ਹੀ ਦਿਲ ਬਣਾ ਦੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਆਸ਼ੀਰਵਾਦ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। खुदा दा शुक्र होवे। दुआ याद कर ए निहायत मेहरबान कुआरी मरियम, पहले कदी नहीं सुनिया गया कि कोई भी तेरी पनाह लभदे आ, तेरी मदद चाहुंदे आ, तेरी सिफारिश मंगदे आ, तेथों खाली गया होवे। ऐ कुआरी कुआरियां दी अते मेरी मां, इस तसल्ली नाल मैं तेरे कोल नसी आउंदी हां अते तेरे अगे खलो के मैं गुनाही रोंदी हां। ऐ दे तारी होवे कलाम दी मां, तो मेरी अर्ज़ा नूं हकीर ना जान, सगों मेहरबानी नाल सुन अते कबूल कर। आमीन। शांति दी रानी मुबारक मां मरियम, साडे लई दुआ कर। मरियम है माँ प्यारी, तेरा है पाक नाम। मरियम है माँ प्यारी, तेरा है पाक नाम। रुतबा तेरा महान है, रुतबा तेरा महान है। तू है मेरी पनाह, मरियम है माँ प्यारी, तेरा है पाक नाम। मरियम है माँ प्यारी, तेरा है पाक नाम। शुरू तो ही तैनू रब ने चुनिया, तारिया ने तेरा चोला बुनिया। शुरू तो ही तैनू रब ने चुनिया, तारिया ने तेरा चोला बुनिया। मरियम दे कोल दौड़ के, मरियम दे कोल दौड़ के मैं किस तरह न जाऊं। रुतबा तेरा महान है, रुतबा तेरा महान है। तू है मेरी पनाह, मरियम है माँ प्यारी, तेरा है पाक नाम। मरियम है माँ प्यारी,